ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਅੱਜ ਆਪਾਂ ਆਪਣੀ ਸਟੈਟਿਕ ਜੀਕੇ ਦੀ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਾਂਗੇ ਬਈ। ਆਪਾਂ ਇੰਟਰਨੈਸ਼ਨਲ ਅਵਾਰਡਸ ਪੜ੍ਹ ਰਹੇ ਸੀਗੇ ਤੇ ਨੋਬਲ ਪੁਰਸਕਾਰ ਆਪਾਂ ਪੜ੍ਹ ਚੁੱਕੇ ਹਾਂ। ਠੀਕ ਹੈ, ਜਿਹੜੇ ਬੱਚੇ ਚੈਨਲ ਦੇ ਉੱਤੇ ਨਏ ਨੇ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ, ਦੂਜਾ ਪਲੇਲਿਸਟ ਇੱਕ ਅਲੱਗ ਤੋਂ ਬਣੀ ਹੋਈ ਹੈ ਸਟੈਟਿਕ ਜੀਕੇ ਦੇ ਵਿੱਚ, ਹਨਾ, ਸਟੈਟਿਕ ਜੀਕੇ ਪੰਜਾਬੀ ਦੇ ਵਿੱਚ। ਇਸ ਨਾਂ ਤੋਂ ਇੱਕ ਅਲੱਗ ਪਲੇਲਿਸਟ ਬਣੀ ਹੋਈ ਹੈ, ਉਹ ਜਾ ਕੇ ਚੈੱਕ ਕਰ ਲੈਣ। ਉੱਥੇ ਆਪਾਂ ਸਟੈਟਿਕ ਜੀਕੇ ਦੇ ਟੌਪਿਕ ਆਪਾਂ ਡਿਸਕਸ ਕਰਦੇ ਹਾਂ। ਠੀਕ ਹੈ, ਤਾਂ ਨੋਬਲ ਪੁਰਸਕਾਰ ਆਪਾਂ ਪੜ੍ਹ ਚੁੱਕੇ ਹਾਂ ਇੰਟਰਨੈਸ਼ਨਲ ਅਵਾਰਡ ਦੇ ਵਿੱਚ, ਤੇ ਅੱਜ ਵਾਰੀ ਹੈਗੀ ਹੈ ਰੈਮੋਨ ਮੈਗਸੇਸੇ ਅਵਾਰਡ ਪੜ੍ਹਨ ਦੀ ਤੇ ਮੈਨ ਬੁਕਰ ਪੁਰਸਕਾਰ ਪੜ੍ਹਨ ਦੀ। ਠੀਕ ਹੈ, ਤਾਂ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਨੋਬਲ ਪੁਰਸਕਾਰ ਤੋਂ ਬਾਅਦ ਵਾਰੀ ਹੈਗੀ ਹੈ ਬਈ ਰੈਮੋਨ ਮੈਗਸੇਸੇ ਪੁਰਸਕਾਰ ਪੜ੍ਹਨ ਦੀ। ਤਾਂ ਰੈਮੋਨ ਮੈਗਸੇਸੇ ਦੇਖੋ ਪੁਰਸਕਾਰ ਜਿਹੜਾ ਹੈਗਾ ਹੈ, ਪਹਿਲੀ ਗੱਲ ਤਾਂ ਇਹੀ ਹੈ, ਇਹ ਵਿਅਕਤੀ ਕੌਣ ਸੀਗਾ ਰੈਮੋਨ ਮੈਗਸੇਸੇ। ਤਾਂ ਇਹ ਸੀਗਾ ਵੀ ਫਿਲੀਪੀਨਸ ਦਾ 7ਵਾਂ ਰਾਸ਼ਟਰਪਤੀ। ਠੀਕ ਹੈ, 7ਵਾਂ ਰਾਸ਼ਟਰਪਤੀ ਸੀਗਾ, ਇਹਦੇ ਨਾਂ ਤੇ ਇਹ ਅਵਾਰਡ ਹੈ। ਇਹਨਾਂ ਦੀ ਡੈਥ ਹੋ ਗਈ ਸੀਗੀ, 에ਅਰਪਲੇਨ ਇੱਕ ਕ੍ਰੈਸ਼ ਹੋ ਗਿਆ ਸੀ ਉਹਦੇ ਵਿੱਚ। ਠੀਕ ਹੈ, ਤਾਂ ਫਿਰ ਉਹਨਾਂ ਦੀ ਯਾਦ ਦੇ ਵਿੱਚ ਇਹ ਅਵਾਰਡ ਸ਼ੁਰੂ ਕਰਿਆ ਗਿਆ ਸੀ। ਯਾਦ ਰੱਖਣਾ ਕਦੋਂ ਸਟਾਰਟ ਹੋਇਆ, 1957 ਦੇ ਵਿੱਚ। ਠੀਕ ਹੈ, ਫਿਲੀਪੀਨਸ ਦਾ ਰਾਸ਼ਟਰਪਤੀ ਸੀਗਾ, ਉਹਦੇ ਕਰਕੇ ਇਹ ਅਵਾਰਡ ਸ਼ੁਰੂ ਕਰਿਆ ਸੀਗਾ। ਨਿਊਯਾਰਕ ਦੀ ਇੱਕ ਟਰਸਟ, ਇੱਕ ਨਿਊਯਾਰਕ ਦਾ ਟਰਸਟ, ਇੱਕ ਫੰਡ ਹੈਗਾ ਆ ਰੌਕਫੈਲਰ ਬ੍ਰਦਰਸ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਅਦਰਵਾਈਜ਼ ਇਹਨਾਂ ਕੋਈ ਇੰਪੋਰਟੈਂਟ ਹੈ ਨਹੀਂ, ਬਟ ਚਲੋ ਫਿਰ ਵੀ ਇੱਕ ਪੁਆਇੰਟ ਤਾਂ ਹੈਗਾ ਹੀ ਹੈ, ਹਨਾ। ਰੌਕਫੈਲਰ ਬ੍ਰਦਰਸ ਫੰਡ, ਇਹਨਾਂ ਨੇ ਇਹ ਸ਼ੁਰੂ ਕਰਿਆ ਸੀਗਾ। ਓਕੇ, ਇਸ ਨੂੰ, ਇਹ ਬਹੁਤ ਇੰਪੋਰਟੈਂਟ ਲਾਈਨ ਹੈ ਬਈ, ਇਸ ਨੂੰ ਏਸ਼ੀਆ ਦਾ ਨੋਬਲ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਇਹ ਸਿਰਫ ਔਰ ਸਿਰਫ ਏਸ਼ੀਆ ਦੇ ਦੇਸ਼ਾਂ ਵਾਸਤੇ ਹੈਗਾ ਆ। ਠੀਕ ਹੈ, ਆਪਣੀ ਏਸ਼ੀਆ ਦੇ ਵਿੱਚ ਜਿੰਨੇ ਵੀ ਕੰਟਰੀਜ਼ ਹੈਗੀਆਂ, ਜਿਵੇਂ ਇੰਡੀਆ, ਚਾਈਨਾ, ਹਨਾ, ਤੇ ਰਸ਼ੀਆ ਨੂੰ ਵੀ ਆਪਾਂ ਏਸ਼ੀਆ ਦੇ ਕਾਊਂਟ ਕਰਦੇ ਹਾਂ, ਜਾਪਾਨ ਹੋ ਗਿਆ, ਫਿਲੀਪੀਨਸ, ਇਦਾਂ ਕਰਕੇ ਜਿੰਨੀ ਵੀ ਕੰਟਰੀਆਂ ਹੈਗੀਆਂ, ਸਾਰੀ ਕੰਟਰੀਆਂ ਵਾਸਤੇ ਇਹ ਅਵਾਰਡ ਦਿਆ ਜਾਂਦਾ ਹੈ। ਤੇ ਏਸ਼ੀਆ ਦਾ ਸਭ ਤੋਂ ਵੱਡਾ ਪੁਰਸਕਾਰ ਇਸ ਨੂੰ ਕਿਹਾ ਜਾਂਦਾ ਹੈ, ਇਸ ਕਰਕੇ ਇਸ ਨੂੰ ਏਸ਼ੀਆ ਦਾ ਨੋਬਲ ਕਹਿ ਦਿੰਦੇ ਆ। ਠੀਕ ਹੈ, ਪਹਿਲੀ ਦੇਖੋ ਸਟਾਰਟ ਇਹ 1957 ਦੇ ਵਿੱਚ ਹੋਇਆ ਸੀ, ਬਟ ਪਹਿਲੀ ਵਾਰ 1958 ਦੇ ਵਿੱਚ ਦਿਆ ਗਿਆ ਸੀ। ਠੀਕ ਹੈ, ਤੇ 1958 ਦੇ ਵਿੱਚ ਹੀ ਆਪਣੇ ਇੰਡੀਆ ਦਾ ਇੱਕ ਵਿਅਕਤੀ ਸੀਗਾ ਬਈ ਵਿਨੋਬਾ ਭਾਵੇ, ਉਹਨਾਂ ਨੂੰ ਦਿਆ ਗਿਆ ਸੀ। ਠੀਕ ਹੈ ਨਾ, ਵਿਨੋਬਾ ਭਾਵੇ ਨੂੰ ਦਿਆ ਗਿਆ ਸੀ, ਇਹ ਯਾਦ ਰੱਖ ਲੈਣਾ ਆਪਾਂ ਨੇ। ਬਾਕੀ ਅੱਗੇ ਪੜਾਂਗੇ ਆਪਾਂ ਕਿ ਇੰਡੀਆ ਤੋਂ ਕੌਣ ਕੌਣ ਇਸ ਅਵਾਰਡ ਨੂੰ ਪ੍ਰਾਪਤ ਕਰ ਚੁੱਕਿਆ ਹੈ। ਹਰ ਸਾਲ 31 ਅਗਸਤ ਨੂੰ ਦਿਆ ਜਾਂਦਾ, ਇਹ ਪੁਆਇੰਟ ਵੀ ਯਾਦ ਰੱਖਣ ਵਾਲਾ ਹੈਗਾ, ਕਿਉਂਕਿ ਇਸ ਦਿਨ ਹੁੰਦਾ ਰੈਮੋਨ ਮੈਗਸੇਸੇ ਦਾ ਬਰਥਡੇ ਯਾਨੀ ਜਨਮ ਦਿਨ। ਠੀਕ ਹੈ, ਤਾਂ ਇਹ ਅਵਾਰਡ ਦੀ ਫੋਟੋ ਹੈਗੀ ਆ। ਬਾਕੀ ਕਿਹੜੇ ਕਿਹੜੇ ਖੇਤਰ ਦੇ ਵਿੱਚ ਦਿਆ ਜਾਂਦਾ ਇਹਨੂੰ ਆਪਾਂ ਅੱਗੇ ਦੇਖਦੇ ਹਾਂ। ਪੁਰਸਕਾਰਾਂ ਦੀ ਸ਼੍ਰੇਣੀ, ਤਾਂ ਇੱਕ ਸਰਕਾਰੀ ਸੇਵਾ ਕੈਟੇਗਰੀ ਹੈਗੀ ਹੈ, ਗਵਰਨਮੈਂਟ ਸਰਵਿਸ ਵਾਲੇ ਉਹਨਾਂ ਨੂੰ ਦਿਆ ਜਾਂਦਾ ਹੈ, ਪਬਲਿਕ ਸਰਵਿਸ ਵਾਲਿਆਂ ਨੂੰ ਦਿਆ ਜਾਂਦਾ ਹੈ, ਕਮਿਊਨਿਟੀ ਲੀਡਰਸ਼ਿਪ, ਹਨਾ, ਕਿਸੇ ਸਮੁਦਾਇ ਦੀ ਅਗਵਾਈ ਕਰਦੇ ਆ ਉਹਨਾਂ ਨੂੰ। ਬਾਕੀ ਪੱਤਰਕਾਰਿਤਾ, ਸਾਹਿਤ, ਹਨਾ, ਇਹਨਾਂ ਵਾਸਤੇ ਤਾਂ ਦਿਆ ਹੀ ਜਾਂਦਾ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਸਦਭਾਵਨਾ ਯਾਨੀ ਸ਼ਾਂਤੀ ਵਾਸਤੇ ਵੀ ਇਹ ਅਵਾਰਡ ਦਿਆ ਜਾਂਦਾ ਹੈ, ਯਾਦ ਰੱਖਣਾ। ਤੇ ਉਭਰਦਾ ਹੋਇਆ ਕੋਈ ਅਗਵਾਈ ਕਰਨ ਵਾਲਾ ਵਿਅਕਤੀ, ਜਿਵੇਂ ਕੋਈ ਹੈਗਾ, ਹਨਾ, ਇਮਰਜੈਂਟ ਲੀਡਰਸ਼ਿਪ, ਇਸ ਕੈਟੇਗਰੀ ਦੇ ਵਿੱਚ ਵੀ ਅਵਾਰਡ ਦਿਆ ਜਾਂਦਾ ਹੈ। ਇਹ ਹੈਗੇ ਆ ਰੈਮੋਨ ਮੈਗਸੇਸੇ, ਫਿਲੀਪੀਨਸ ਦੇ 7ਵੇਂ ਰਾਸ਼ਟਰਪਤੀ। ਤੇ ਬਾਕੀ ਇਹ ਹਰ ਸਾਲ ਅਵਾਰਡ ਕਾਫੀ ਵਿਅਕਤੀ ਨੂੰ ਦਿਆ ਜਾਂਦਾ, ਆਪਾਂ ਨੂੰ ਇੰਨਾ ਕੋਈ ਇੰਪੋਰਟੈਂਟ ਹੈਗਾ ਨਹੀਂ, ਯਾਦ ਰੱਖਣਾ। ਆਪਣੇ ਵਾਸਤੇ ਸਿਰਫ ਇੰਡੀਅਨ ਵਿਨਰਸ ਹੀ ਯਾਦ ਰੱਖਣੇ ਆ। ਵਿਨਰਸ ਬਹੁਤ ਨੇ, ਮੈਂ ਕੁਝ ਸਿਲੈਕਟਡ ਜਿਹੀ ਐਡ ਕਰੇ ਆ, ਤੇ ਇਹਨਾਂ ਸਿਲੈਕਟਡ ਦੇ ਵਿੱਚੋਂ ਵੀ ਤੁਸੀਂ ਸਿਰਫ ਸਿਲੈਕਟਡ ਜਿਹੀ ਯਾਦ ਰੱਖਣੇ ਆ। ਕਿਹੜੇ ਕਿਹੜੇ ਆ? ਸਭ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਇਹ ਪੁਰਸਕਾਰ ਦਿਆ ਗਿਆ 1958 ਦੇ ਵਿੱਚ, ਤਾਂ ਉਸ ਟਾਈਮ ਵਿਨੋਬਾ ਭਾਵੇ ਨੂੰ ਮਿਲਿਆ ਸੀਗਾ। ਕਮਿਊਨਿਟੀ ਲੀਡਰਸ਼ਿਪ ਫੀਲਡ ਸੀਗੀ, ਹਾਲਾਂਕਿ ਫੀਲਡ ਵੀ ਨਹੀਂ ਪੁੱਛਦੇ ਕਿਹੜੀ ਫੀਲਡ ਦੇ ਵਿੱਚ ਮਿਲਿਆ, ਬਸ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਫਸਟ ਇੰਡੀਅਨ ਕੌਣ ਹੈ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ, ਵਿਨੋਬਾ ਭਾਵੇ। ਫਰੀडम ਫਾਈਟਰ ਨੇ ਆਪਣੇ। ਠੀਕ ਹੈ, ਇਸ ਤੋਂ ਇਲਾਵਾ ਸਮਾਜ ਸੇਵੀ ਸੀਗੇ, ਬਹੁਤ ਕੰਮ ਇਹਨਾਂ ਨੇ ਸਮਾਜ ਵਾਸਤੇ ਕਰਿਆ। ਇਹਨਾਂ ਨੇ ਇੱਕ ਅੰਦੋਲਨ ਵੀ ਚਲਾਇਆ ਸੀ, ਤੁਸੀਂ ਸੁਣਿਆ ਹੋਣਾ ਸਾਰਿਆਂ ਨੇ, ਭੂਦਾਨ ਅੰਦੋਲਨ। ਠੀਕ ਹੈ ਨਾ, ਭੂਦਾਨ ਅੰਦੋਲਨ, ਜਿਹਦੇ ਚ ਜਿਹੜੇ ਵੱਡੇ ਜ਼ਿਮੀਂਦਾਰ ਸੀ ਉਹਨਾਂ ਨੂੰ ਇਹਨਾਂ ਰਿਕੁਐਸਟ ਕਰੀ ਸੀ ਕਿ ਤੁਸੀਂ ਜਿਹੜਾ ਭੂਮੀ ਆਪਣੇ ਪਿੰਡ ਦੇ ਵਿੱਚ ਉਹਨਾਂ ਨੂੰ ਦਾਨ ਕਰੋ ਜਿਨ੍ਹਾਂ ਕੋਲ ਭੂਮੀ ਜਾਂ ਜ਼ਮੀਨ ਜਿਹੜੀ ਨਹੀਂ ਹੈਗੀ, ਹਨਾ। ਤਾਂ ਸਾਊਥ ਦੇ ਵਿੱਚ ਬਹੁਤ ਫੇਮਸ ਹੋਇਆ ਹੈ। ਬਾਕੀ ਸਟਾਰਟ ਇਹ ਹੋਇਆ ਸੀ ਉਧਰੋਂ ਤੇਲੰਗਾਨਾ ਦੇ ਵਿੱਚ, ਐਟ ਪ੍ਰੈਜ਼ੈਂਟ ਇੱਕ ਜਗ੍ਹਾ ਹੈਗੀ ਆ ਪੋਚਮਪੱਲੀ, ਉੱਥੋਂ ਸਟਾਰਟ ਹੋਇਆ ਸੀ। ਠੀਕ ਹੈ, ਉਸ ਟਾਈਮ ਤੇਲੰਗਾਨਾ ਨਹੀਂ ਸੀ, ਉਸ ਟਾਈਮ ਆਂਧਰਾ ਪ੍ਰਦੇਸ਼ ਸੀਗਾ, ਉੱਥੋਂ ਇਹ ਅੰਦੋਲਨ ਸਟਾਰਟ ਹੋਇਆ। ਤੇ ਓਡੀਸ਼ਾ ਦੇ ਵਿੱਚ ਇਹ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ, ਤੇ ਬਹੁਤ ਸਾਰੇ ਜਿਹੜੇ ਮਤਲਬ ਤੁਸੀਂ ਕਹਿ ਸਕਦੇ ਹੋ ਜ਼ਿਮੀਂਦਾਰ ਟਾਈਪ ਲੋਕ ਸੀਗੇ, ਵੱਡੇ ਵੱਡੇ ਕਿਸਾਨ, ਉਹਨਾਂ ਨੇ ਆਪਣੀ ਜ਼ਮੀਨਾਂ ਜਿਹੜੀ ਆਪਣੇ ਪਿੰਡ ਦੇ ਜਿਹੜੇ ਛੋਟੇ ਕਿਸਾਨ ਸੀਗੇ ਜਾਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ, ਭੂਮੀਹੀਨ ਵਿਅਕਤੀ ਜਿਹੜੇ ਹੁੰਦੇ ਆ, ਉਹਨਾਂ ਨੂੰ ਭੂਮੀ ਹੈ ਜਿਹੜੀ ਦਾਨ ਕਰੀਏ। ਠੀਕ ਹੈ, ਤਾਂ ਕਿ ਜਿਹੜੀ ਸਮਾਨਤਾ ਹੈ ਸਾਰਿਆਂ ਦੇ ਵਿੱਚ ਆ ਜਾਵੇ, ਹਨਾ। ਤਾਂ ਵਿਨੋਬਾ ਭਾਵੇ ਯਾਦ ਰੱਖਣਾ ਹੈ। ਠੀਕ ਹੈ, ਭਾਰਤ ਰਤਨ ਵੀ ਇਹਨਾਂ ਨੂੰ ਮਿਲ ਚੁੱਕਿਆ। ਉਸ ਤੋਂ ਬਾਅਦ ਤੁਸੀਂ 1962 ਵਾਲਾ ਮਦਰ ਟੈਰੇਸਾ ਯਾਦ ਰੱਖ ਸਕਦੇ ਹੋ, ਕਿਉਂਕਿ ਮਦਰ ਟੈਰੇਸਾ ਨੂੰ ਵੀ ਨੋਬਲ ਪੁਰਸਕਾਰ ਮਿਲ ਚੁੱਕਿਆ ਹੈ। ਠੀਕ ਹੈ, 1963 ਦੇ ਵਿੱਚ ਵਰਗਿਸ ਕੁਰੀਅਨ, ਹਾਲਾਂਕਿ ਸਾਨੂੰ ਵੀ ਨਹੀਂ ਯਾਦ ਰੱਖਣਾ, ਕੋਈ ਇਸ਼ੂ ਨਹੀਂ, ਬਸ ਵਿਨੋਬਾ ਭਾਵੇ ਦਾ ਸਾਨੂੰ ਯਾਦ ਰੱਖ ਲਿਓ। ਵਰਗਿਸ ਕੁਰੀਅਨ ਬਾਰੇ ਆਪਾਂ ਇਹ ਯਾਦ ਰੱਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਜਿਹੜੀ ਸਫੇਦ ਕ੍ਰਾਂਤੀ ਹੋਈ ਹੈ, ਸਫੇਦ ਕ੍ਰਾਂਤੀ, ਵਾਈਟ ਰੈਵੋਲੂਸ਼ਨ, ਦੁੱਧ ਦੇ ਮਾਮਲੇ ਦੇ ਵਿੱਚ, ਤੁਹਾਨੂੰ ਪਤਾ ਹੈ ਦੁੱਧ ਦੀ ਪੈਦਾਵਾਰ ਵਧਾਉਣ ਵਾਸਤੇ ਸਫੇਦ ਕ੍ਰਾਂਤੀ ਹੋਈ ਸੀ,
ਜਿਵੇਂ ਹਰੀ ਕ੍ਰਾਂਤੀ ਕ੍ਰਿਸ਼ੀ ਨਾਲ ਸੰਬੰਧਿਤ ਹੈ, ਉਦਾਂ ਹੀ ਜਿਹੜੀ ਸਫੇਦ ਕ੍ਰਾਂਤੀ ਹੈ ਉਹ ਦੁੱਧ ਨਾਲ ਸੰਬੰਧਿਤ ਹੈ। ਤਾਂ ਵਰਗੀਜ਼ ਕੁਰੀਅਨ ਦਾ ਬਹੁਤ ਜ਼ਿਆਦਾ ਰੋਲ ਰਿਹਾ। ਠੀਕ ਹੈ, ਇਹਨਾਂ ਦਾ ਜਨਮ ਦਿਨ ਹੁੰਦਾ ਹੈ 26 ਨਵੰਬਰ ਨੂੰ, ਤੇ 26 ਨਵੰਬਰ ਨੂੰ ਆਪਾਂ ਮਿਲਕ ਡੇ ਮਨਾਉਂਦੇ ਆ। ਮਿਲਕ ਡੇ ਇਸੇ ਕਰਕੇ ਮਨਾਉਂਦੇ ਆ ਆਪਾਂ ਬਈ, ਮਿਲਕ ਡੇ ਵਰਗੀਜ਼ ਕੁਰੀਅਨ ਕਰਕੇ। ਤੇ ਇੱਕ ਤੁਸੀਂ ਕੰਪਨੀ ਸੁਣੀ ਹੋਣੀ ਦੁੱਧ ਵਾਲੀ, ਅਮੂਲ। ਅਮੂਲ ਦੁੱਧ ਪੀਤਾ ਹੈ ਇੰਡੀਆ, ਹੈ ਨਾ, ਉਹੀ ਕੰਪਨੀ ਹੈ। ਉਹ ਉਹਨਾਂ ਦੇ ਫਾਊਂਡਿੰਗ ਮੈਂਬਰਾਂ ਦੇ ਵਿੱਚ ਤੁਸੀਂ ਇੱਕ ਕਹਿ ਸਕਦੇ ਹੋ, ਮਤਲਬ ਬਹੁਤ ਜ਼ਿਆਦਾ ਯੋਗਦਾਨ ਇਹਨਾਂ ਦਾ ਰਿਹਾ ਅਮੂਲ ਬਣਾਉਣ ਦੇ ਵਿੱਚ। ਠੀਕ ਹੈ, ਵਰਗੀਜ਼ ਕੁਰੀਅਨ। ਵਾਈਟ ਰੈਵੋਲੂਸ਼ਨ, ਫਾਦਰ ਆਫ ਵਾਈਟ ਰੈਵੋਲੂਸ਼ਨ ਇਨ ਇੰਡੀਆ, ਜੇ ਤੁਹਾਨੂੰ ਪੁੱਛਿਆ ਜਾਵੇ ਭਾਰਤ ਦੇ ਵਿੱਚ ਸਫੇਦ ਕ੍ਰਾਂਤੀ ਦਾ ਜਨਕ ਕਿਹਨੂੰ ਕਿਹਾ ਜਾਂਦਾ, ਤਾਂ ਤੁਸੀਂ ਵਰਗੀਜ਼ ਕੁਰੀਅਨ ਨੂੰ ਟਿਕ ਕਰਨਾ ਹੈ। ਓਕੇ, ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀ। ਉਸ ਤੋਂ ਬਾਅਦ 2018 ਦੇ ਵਿੱਚ ਦੋ ਵਿਅਕਤੀ ਹੈ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ। ਇੱਕ ਸੀਗਾ ਸੋਨਮ ਵਾਂਗਚੁਕ, ਇਹ ਲੱਦਾਖ ਤੋਂ ਹੈਗਾ ਇਹ ਬੰਦਾ ਬੇਸਿਕਲੀ। ਠੀਕ ਹੈ ਨਾ, ਲੱਦਾਖ ਤੋਂ। याद रखना है, तुसी मूवी देखी होनी वो 3 इडियट। ठीक है ना, आमिर खान ने जिहदा रोल प्ले करा ना, की नाम दा, फुनसुक वांगडू, है ना, तो वो बेसिकली सोनम वांगचुक दा ही रोल उन्होंने प्ले करा। ठीक है, याद रखना है। तो इस तो इलावा भारत वाटावनी नूं मिलिया सीगा बई, वाटवानी नूं, ये मुंबई तो सीगे मनोविग्यानी डॉक्टर, इन्हां नूं मिलिया सीगा समाज सेवा वास्ते, ये याद रखना है। तो 2019 ਦੇ ਵਿੱਚ ਆਖਰੀ ਵਿਅਕਤੀ ਕੌਣ ਸੀਗਾ ਜਿਨ੍ਹਾਂ ਨੂੰ ਅਵਾਰਡ ਮਿਲਿਆ, ਉਸ ਤੋਂ ਬਾਅਦ ਹਲੇ ਕਿਸੇ ਨੂੰ ਮਿਲਿਆ ਨਹੀਂ, ਰਵੀਸ਼ ਕੁਮਾਰ। ਇਹਨਾਂ ਨੂੰ ਪੱਤਰਕਾਰਿਤਾ ਵਾਸਤੇ ਮਿਲਿਆ ਸੀ। ਰਵੀਸ਼ ਕੁਮਾਰ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ, ਬੇਸਿਕਲੀ ਪੰਜਾਬ ਦੇ ਵਿੱਚ ਤਾਂ ਬਹੁਤ ਫੇਮਸ ਹੈਗਾ ਰਵੀਸ਼ ਕੁਮਾਰ, ਹੈ ਨਾ, NDTV ਦੇ ਪੱਤਰਕਾਰ ਹੈਗੇ ਆ। ਪ੍ਰਾਈਮ ਟਾਈਮ ਇਹਨਾਂ ਦਾ 9 ਵਜੇ ਇੱਕ ਐਪੀਸੋਡ ਆਉਂਦਾ ਹੈ ਨਾ, ਤਾਂ ਰਵੀਸ਼ ਕੁਮਾਰ ਇਹ ਪੱਤਰਕਾਰ। ਤਾਂ ਇਹ ਇੰਡੀਆ ਦੇ ਵਿਅਕਤੀ ਆ ਬਈ ਜਿਨ੍ਹਾਂ ਨੂੰ ਮਤਲਬ ਇਹ ਅਵਾਰਡ ਮਿਲਿਆ। ਇਹ ਲੇਟੈਸਟ ਹੋ ਗਏ 2018 ਦੇ ਤੇ 2019 ਦੇ, ਉਸ ਤੋਂ ਬਾਅਦ ਹਾਲੇ ਕਿਸੇ ਇੰਡੀਅਨ ਨੂੰ ਨਹੀਂ ਮਿਲਿਆ। ਜੇ ਮਿਲਦਾ ਹੈ ਤਾਂ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ, ਉਹਨੂੰ ਫਿਰ ਤੁਸੀਂ ਐਡ ਕਰਨਾ ਹੈ। ਤੇ 2022 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ, ਹੁਣ 31 ਅਗਸਤ ਨੂੰ ਮਿਲਣਾ ਨਾ, ਜਾਂ ਕਿਸੇ ਨੂੰ ਅਨਾਉਂਸ ਹੁੰਦਾ ਇੰਡੀਅਨ ਨੂੰ, ਤਾਂ ਨੋਰਮਲ ਜੀ ਗੱਲ ਹੈ ਬਈ, ਉਹਦੇ ਤੇ ਹੀ ਕੁਐਸਚਨ ਬਣਦਾ ਹੈ ਨਾ, ਉਸ ਬਾਰੇ ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਤਾਂ ਇਹ ਇੰਡੀਅਨ ਵਿਨਰ ਹੋ ਗਏ। ਤਾਂ ਇਹ ਰਾਮੋਨ ਮੈਗਸੇਸੇ ਸੀਗਾ। ਮੇਨ ਗੱਲ ਕੀ ਹੈ, ਫਿਲੀਪੀਨਸ ਦੀ ਗਵਰਨਮੈਂਟ ਦੁਆਰਾ ਦਿਆ ਜਾਂਦਾ ਤੇ ਫਿਲੀਪੀਨਸ ਦਾ 7ਵਾਂ ਰਾਸ਼ਟਰਪਤੀ ਸੀਗਾ ਰਾਮੋਨ ਮੈਗਸੇਸੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਨ ਬੁਕਰ ਪੁਰਸਕਾਰ ਦੀ। ਮੈਨ ਬੁਕਰ ਪੁਰਸਕਾਰ ਪਹਿਲਾਂ ਇਹਨੂੰ ਬੁਕਰ ਮੈਕਨਲ ਪੁਰਸਕਾਰ ਵੀ ਕਿਹਾ ਜਾਂਦਾ ਸੀ। ਠੀਕ ਹੈ, ਬੇਸਿਕਲੀ ਇਹ 1969 ਦੇ ਵਿੱਚ ਮੈਨ ਗਰੁੱਪ ਸੀਗਾ ਇੱਕ ਸੰਸਥਾ, ਉਹਨਾਂ ਨੇ ਸ਼ੁਰੂ ਕਰਿਆ ਸੀ। ਇਹ ਮਿਲਦਾ ਕਾਸ ਵਾਸਤੇ ਹੈ, ਇਹ ਜਿਹੜਾ ਵਿਅਕਤੀ ਇੱਕ ਬੁੱਕ ਲਿਖਦਾ ਹੈ ਸਿਰਫ ਇੰਗਲਿਸ਼ ਦੇ ਵਿੱਚ, ਇੰਗਲਿਸ਼ ਲੈਂਗੁਏਜ ਦੇ ਵਿੱਚ, ਠੀਕ ਹੈ, ਤੇ ਉਹ ਬੁੱਕ ਸਿਰਫ UK ਦੇ ਵਿੱਚ ਹੀ ਪਬਲਿਸ਼ ਹੋਈ ਹੋਣੀ ਚਾਹੀਦੀ ਹੈ। ਠੀਕ ਹੈ, ਇਹ ਕੰਡੀਸ਼ਨ ਹੈਗੀ ਆ। ਠੀਕ ਹੈ, ਕੈਟਾਗਰੀ ਕਿਹੜੀ ਹੈ, ਇੰਗਲਿਸ਼ ਲੈਂਗੁਏਜ ਦੀ ਕੈਟਾਗਰੀ ਹੈ, ਸਿਰਫ ਇੰਗਲਿਸ਼ ਲੈਂਗੁਏਜ ਦੇ ਵਿੱਚ ਬੁੱਕ ਲਿਖੀ ਹੋਣੀ ਚਾਹੀਦੀ ਹੈ ਤੇ ਉਹ ਵੀ UK ਦੇ ਵਿੱਚ ਪਬਲਿਸ਼ ਹੋਣੀ ਚਾਹੀਦੀ ਹੈ। ਫਿਰ ਅਜਿਹੀ ਵਧੀਆ ਬੁੱਕ ਨੂੰ, ਬੈਸਟ ਬੁੱਕ ਨੂੰ ਇਹ ਅਵਾਰਡ ਮਿਲਦਾ ਹੈ। ਠੀਕ ਹੈ, ਪੂਰੀ ਦੁਨੀਆ ਦੇ ਸਭ ਤੋਂ ਉੱਚੇ ਜਿਹੜੇ ਸਾਹਿਤ ਦੇ ਪੁਰਸਕਾਰ ਹੈਗੇ ਆ, ਲਿਟਰੇਚਰ ਦੀ ਫੀਲਡ ਦੇ ਵਿੱਚ ਮਿਲਣ ਵਾਲੇ ਜਿਹੜੇ ਸਭ ਤੋਂ ਵੱਡੇ ਪੁਰਸਕਾਰ ਹੈਗੇ ਆ ਨਾ, ਉਹਨਾਂ ਵਿੱਚੋਂ ਇੱਕ ਹੈਗਾ ਆ ਮੈਨ ਬੁਕਰ ਪੁਰਸਕਾਰ। ਜੇ ਤੁਸੀਂ ਬੋਲ ਸਕਦੇ ਹੋ ਕਿ ਸਾਹਿਤ ਦੀ ਫੀਲਡ ਦੇ ਵਿੱਚ ਮਿਲਣ ਵਾਲਾ ਸਭ ਤੋਂ ਵੱਡਾ ਪੁਰਸਕਾਰ ਮੈਨ ਬੁਕਰ ਪੁਰਸਕਾਰ ਹੀ ਹੈਗਾ ਆ। ਠੀਕ ਹੈ, ਪਹਿਲੀ ਵਾਰ 1969 ਦੇ ਵਿੱਚ ਮਿਲਿਆ ਸੀਗਾ PH ਨਿਊਬੇ ਨੂੰ। ਉਹਨਾਂ ਦੀ ਬੁੱਕ ਸੀਗੀ ਸਮਥਿੰਗ ਟੂ ਆਨਸਰ ਫॉर। ਜਿਹੜੇ ਵੀ ਬੰਦੇ ਨੂੰ ਮੈਨ ਬੁਕਰ ਪੁਰਸਕਾਰ ਮਿਲਦਾ ਹੈ, ਤੁਹਾਨੂੰ ਉਹਦੇ ਬਾਰੇ ਇੰਨਾ ਤਾਂ ਪਤਾ ਹੋਣਾ ਚਾਹੀਦਾ ਕਿ ਉਹ ਕਿਹੜੀ ਨੋਵਲ, ਕਿਹੜੀ ਬੁੱਕ ਵਾਸਤੇ ਮਿਲਿਆ। ਠੀਕ ਹੈ, ਬੰਦੇ ਦਾ ਨਾਂ ਤੇ ਬੰਦੇ ਦੀ ਬੁੱਕ ਤੇ ਉਹਦੀ ਕੰਟਰੀ, ਇਹ ਤਿੰਨ ਚੀਜ਼ਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਨੇਮ, ਬੁੱਕ ਨੇਮ ਤੇ ਕੰਟਰੀ ਨੇਮ। ਠੀਕ ਹੈ ਬਈ, ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਿੰਨੇ, ਜਿਹੜਾ ਬੰਦਾ ਕੋਈ ਲੇਟੈਸਟ ਹੁੰਦਾ ਹੈ। ਹੁਣ ਜੇ ਆਪਾਂ ਲੇਟੈਸਟ ਦੀ ਗੱਲ ਕਰੀਏ, 2018 ਦੇ ਵਿੱਚ ਅੰਨਾ ਬੁਰਨਸ ਨੂੰ ਮਿਲਿਆ ਸੀਗਾ, ਉਹਨਾਂ ਦੀ ਬੁੱਕ ਸੀਗੀ ਮਿਲਕਮੈਨ। ਇੰਨਾ ਹੀ ਬਹੁਤ ਹੈ ਆਪਣੇ ਵਾਸਤੇ। ਤੁਹਾਨੂੰ ਡਾਇਰੈਕਟ ਕੁਐਸਚਨ ਆ ਜਾਂਦਾ ਮਿਲਕਮੈਨ ਕਿਹਨੇ ਲਿਖੀ ਹੈ, ਅੰਨਾ ਬੁਰਨਸ ਨੇ। ਜਾਂ ਫਿਰ 2018 ਦਾ ਮੈਨ ਬੁਕਰ ਪ੍ਰਾਈਜ਼ ਕਿਸ ਨੂੰ ਮਿਲਿਆ, ਅੰਨਾ ਬੁਰਨਸ। ਠੀਕ ਹੈ ਨਾ। ਉਸ ਤੋਂ ਬਾਅਦ ਬਈ 2019 ਦੇ ਵਿੱਚ ਦੋ ਸੀਗੇ, ਮੈਗਰੇਟ ਐਟਵੁੱਡ, ਇਹਨਾਂ ਦੀ ਬੁੱਕ ਸੀਗੀ ਦੀ ਟੈਸਟਾਮੈਂਟਸ, ਤੇ 2019 ਦੇ ਵਿੱਚ ਹੀ ਬਰਨਰਡੀਨ ਐਵਰੈਸਟੋ ਨੂੰ ਮਿਲਿਆ ਸੀਗਾ ਗਰਲ, ਵੂਮਨ ਤੇ ਅਦਰ ਬੁੱਕ ਵਾਸਤੇ। ਇਹ ਦੋਨੇ ਮਤਲਬ ਤੁਹਾਨੂੰ ਬੁੱਕ ਦਾ ਨਾਂ ਤੇ ਰਾਈਟਰ ਦਾ ਨਾਂ ਦਾ ਮੂੰਹ ਜ਼ਬਾਨੀ ਯਾਦ ਹੋਣਾ ਚਾਹੀਦਾ। ਡਾਇਰੈਕਟ ਕੁਐਸਚਨ ਆ ਜਾਂਦਾ ਕਿਸੇ ਵੀ ਪੇਪਰ ਦੇ ਵਿੱਚ। ਹੁਣ ਇਹ ਹਿਸਟਰੀ ਦਾ ਪਾਰਟ ਬਣ ਗਏ, ਹੁਣ ਇਹ ਸਟੈਟਿਕ ਜੀਕੇ ਦਾ ਪਾਰਟ ਬਣ ਗਏ ਕਿ ਮਿਲਕਮੈਨ ਕਿਹਦੀ ਨੋਵਲ ਹੈ, ਦੀ ਟੈਸਟਾਮੈਂਟ ਕਿਹਨੇ ਲਿਖੀ ਹੈ, ਤੇ ਗਰਲ, ਵੂਮਨ ਐਂਡ ਅਦਰ ਕਿਹਨੇ ਲਿਖੀ ਹੈ। ਇਹ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। 2020 ਦੇ ਵਿੱਚ ਡਗਲਸ ਨੂੰ ਮਿਲਿਆ ਬਈ, ਇਹਨਾਂ ਦੀ ਬੁੱਕ, ਇਹਨਾਂ ਦੀ ਨੋਵਲ ਸੀਗੀ ਸੁਗੀ ਬੇਨ, ਇਹ ਯਾਦ ਰੱਖਣੀ ਹੈ। ਤੇ 2021 ਦੇ ਵਿੱਚ ਇਹ ਮਿਲਿਆ ਸੀਗਾ ਡਾਮੋਨ ਗਲਗਟ ਨੂੰ। ਬੁੱਕ ਕਿਹੜੀ ਹੈ, ਦਾ ਪ੍ਰੋਮਿਸ, ਸੁਪਰ ਇੰਪੋਰਟੈਂਟ ਹੈ। ਤੇ ਇਹਦੇ ਕੰਟਰੀ ਦਾ ਨਾਮ ਵੀ ਯਾਦ ਰੱਖਣਾ ਹੈ ਕਿਉਂਕਿ ਇਹ ਲੇਟੈਸਟ ਹੋ ਗਿਆ। ਹੁਣ 2022 ਦਾ ਹਾਲੇ ਮਿਲਿਆ ਨਹੀਂ, ਜੇ ਮਿਲਦਾ ਤੁਸੀਂ ਐਡ ਕਰ ਲੈਣਾ ਲਿਸਟ ਦੇ ਵਿੱਚ। ਥੋੜੀ ਜਿਹੀ ਜਗ੍ਹਾ ਹੈ ਜਿਹੜੀ ਉਹ ਛੱਡ ਕੇ ਚੱਲਿਓ ਕਿ ਤੁਹਾਨੂੰ ਅੱਗੇ ਵੀ ਕੁਝ ਐਡ ਕਰਨਾ ਪੈ ਸਕਦਾ। ਠੀਕ ਹੈ, ਤਾਂ ਇਹ ਸਾਊਥ ਅਫਰੀਕਾ ਤੋਂ ਸੀਗਾ ਬਈ ਡਾਮੋਨ ਗਲਗਟ, ਇਹ ਯਾਦ ਰੱਖਣਾ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਇੰਡੀਅਨਸ ਦੀ ਕਿ ਕਿਹੜੇ ਇੰਡੀਅਨਸ ਨੂੰ ਮਿਲ ਚੁੱਕਿਆ। ਤਾਂ ਇਹ ਤਿੰਨ ਇੰਡੀਅਨਸ ਹੈਗੇ ਆ ਬਈ, ਅਰੁਣਧਤੀ ਰॉय 1997 ਦੇ ਵਿੱਚ ਮਿਲਿਆ, ਕਿਰਨ ਦੇਸਾਈ 2006, ਅਰਵਿੰਦ ਅਡੀਗਾ 2008
सुपर इंपोर्टेंट है, सन भी याद रखना पैना है, कई बार आ जाता है पेपर ਦੇ ਵਿੱਚ क्वेश्चन। बाकी बुक तो याद रखनी बनती है, ये तो सुपर तो भी उपर इंपोर्टेंट है या सुपर तो भी उपर आप कह सकते हैं। डायरैक्ट ਤੁਹਾਨੂੰ पेपर ਦੇ ਵਿੱਚ क्वेश्चन देखने को मिलता है, द गॉड ऑफ स्मॉल थिंग्स किहदी रचना है, द गॉड ऑफ स्मॉल थिंग किहने बुक लिखी है, अरुणधति राय। तो याद रखना है फर्स्ट इंडियन परसन कौन है जिन्होंने ये पुरस्कार मिलिया, मैन बुकर पुरस्कार जीतने वाले पहले भारतीय कौन है, अरुणधति रॉय, याद रखना है। उस तो बाद किरण देसाई द इनहेरिटेंस ऑफ लॉस बुक हैगी आ, द वाइट टाइगर अरविंद अडिगा ने लिखी है। ये तीन बंदे हैं बई, ठीक है, तीन परसन है इंडियन जिन्होंने ये अवार्ड मिले, याद रखना है। उस तो अलावा कुछ इंडियन ओरिजिन के व्यक्ति भी हैगे आ, मतलब जो इंडियन नहीं बट जिन्हों के पूर्वज इंडियन सीगे। VS नायपाल 1971 ਦੇ ਵਿੱਚ ਇਹਨਾਂ ਨੂੰ ਮਿਲਿਆ ਸੀ, बुक ਸੀਗੀ ਇਹਨਾਂ ਦੀ इन ए फ्री स्टेट। ਤੇ मोस्ट इंपोर्टेंट बहुत ही ज्यादा इंपोर्टेंट हैगा सलमान रश्दी। सलमान रश्दी ਨੂੰ 1981 ਦੇ ਵਿੱਚ ਮਿਲਿਆ ਸੀਗਾ मिडनाइट चिल्ड्रन वास्ते। ਤੇ ਇਹ बहुत ज्यादा इंपोर्टेंट क्यों है, क्योंकि लास्ट वीक ही न्यूयॉर्क ਦੇ ਵਿੱਚ अटैक होया है ਇਹਨਾਂ ਦੇ ਉੱਤੇ, ठीक है, याद रखना लास्ट वीक इसे महीने की गल है, सलमान रश्दी ਦੇ ਉੱਤੇ अटैक होया, ठीक है। तो ਇਹਨਾਂ ਦੀ ਹੋਰ ਵੀ ਜਿਹੜੀ बुक्स हैगी है ਉਹ ਤੁਸੀਂ ਲਿਖ ਸਕਦੇ ਹੋ, ਹੋਰ ਵੀ ਜਿਹੜੀ बुक्स हैगी है ਉਹ ਤੁਸੀਂ ਲਿਖ ਸਕਦੇ ਹੋ, ठीक है। नोट कर लेना है सारे ने, ठीक है। मतलब इन्होंने बारे जिन्ना पढ़ सकते हो पढ़ लो बई कि इन्होंने होर किहड़े अवार्ड मिले सलमान रश्दी ਨੂੰ, क्योंकि इन्होंने उत्ते अटैक होया, ये न्यूज़ ਦੇ ਵਿੱਚ हैगे आ, करंट अफेयर ਦੇ ਵਿੱਚ हैगे आ। ਤਾਂ ਇਹ बुक तक घट्टो घट्ट ਤੁਹਾਨੂੰ याद ही रहनी चाहिए है, मिडनाइट चिल्ड्रन ਤੇ ਕਦੋਂ ਇਹਨਾਂ ਨੂੰ अवार्ड मिला सी, मैन बुकर। ਹੁਣ ਆਪਾਂ ਗੱਲ ਕਰਦੇ ਹਾਂ अंतरराष्ट्रीय बुकर पुरस्कार दी, इंटरनेशनल बुकर पुरस्कार। ਤਾਂ मैन बुकर वाले ने ही 2004 ਦੇ ਵਿੱਚ एक होर नवा पुरस्कार शुरू कराया जिहदा उन्होंने ने नाम रखा इंटरनेशनल बुकर प्राइज। पहला किहड़ा सीगा, पहला सीगा मैन बुकर प्राइज, वो हले भी चल रहा है, वो अलग है। उस तो अलावा एक होर नवा पुरस्कार उन्होंने शुरू कराया इंटरनेशनल बुकर प्राइज, अंतरराष्ट्रीय बुकर प्राइज, ठीक है। ये किहਨਾਂ वास्ते आ, ਤਾਂ ਇਹ ਬੇਸਿਕਲੀ ਉਹਨਾਂ ਬੁੱਕਾਂ ਵਾਸਤੇ ਹੈ ਜਿਹੜੀ ਇੰਗਲਿਸ਼ ਦੇ ਵਿੱਚ ਨਹੀਂ ਲਿਖੀ ਗਈਆਂ, ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਬਟ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਟਰਾਂਸਲੇਟ ਕਰਕੇ ਇੰਗਲਿਸ਼ ਦੇ ਵਿੱਚ ਲਿਖਿਆ ਗਿਆ, ਠੀਕ ਹੈ। ਤਾਂ ਇਹ ਅੰਗਰੇਜ਼ੀ ਅਨੁਵਾਦਿਤ ਕਿਤਾਬਾਂ ਲਈ ਮਿਲਦਾ ਹੈ, ਅੰਗਰੇਜ਼ੀ ਅਨੁਵਾਦਿਤ ਕਿਤਾਬਾਂ ਦੇ ਲਈ, ਤੇ ਜਿਹੜੀ यूके ਜਾਂ ਆਇਰਲੈਂਡ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਨੇ, ठीक है ना। ਮੇਨ मतलब ਇੱਕ ਸ਼ਰਤ ਇਹਨਾਂ ਨੇ ਹਟਾਈ ਹੈ ਆਪਣੀ, ਪਹਿਲਾਂ ਕੀ ਸੀ ਕਿ ਅੰਗਰੇਜ਼ੀ ਦੇ ਵਿੱਚ ਜਿਹੜੀ ਨੋਵਲ ਬਣੀ ਹੈ ਜਾਂ ਬੁੱਕ ਬਣੀ ਹੈ ਉਹਦੇ ਵਾਸਤੇ ਮਿਲਦਾ ਸੀਗਾ ਮੈਨ ਬੁੱਕਰ। ਫਿਰ ਜਿਹੜੀ ਬੁੱਕ ਅੰਗਰੇਜ਼ੀ ਦੇ ਵਿੱਚ ਨਹੀਂ, ਜੇ ਕੋਈ ਉਹਨੂੰ ਟਰਾਂਸਲੇਟ ਕਰਕੇ ਕੋਈ ਵੀ ਵਿਅਕਤੀ, ਭਾਵੇਂ ਉਹਦਾ ਓਰੀਜਨਲ ਰਾਈਟਰ ਕੋਈ ਹੋਰ ਹੋਵੇ, ਕਿਸੇ ਹੋਰ ਬੰਦੇ ਨੇ ਉਸ ਬੁੱਕ ਨੂੰ ਟਰਾਂਸਲੇਟ ਕਰਕੇ ਇੰਗਲਿਸ਼ ਦੇ ਵਿੱਚ ਲਿਖਤਾ, ਤਾਂ ਵੀ ਇਹ ਪੁਰਸਕਾਰ ਹੈ ਮਿਲ ਜਾਂਦਾ ਹੈ, ਠੀਕ ਹੈ। ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ याद रखना है। पहली बार 2005 ਦੇ ਵਿੱਚ ਇਹ ਇਸਮਾइल कादरी ਨੂੰ ਮਿਲਿਆ, याद रखना है, ठीक है। 2005 ਤੋਂ ਬਾਅਦ ਫਿਰ 2006 7 8 ਇਦਾਂ ਕਰਕੇ ਚੱਲਦਾ ਹੈ ਅਵਾਰਡ। 2019 ਜੇ ਆਪਾਂ ਲੇਟੈਸਟ ਦੀ ਗੱਲ ਕਰੀਏ, 2019 ਦੇ ਵਿੱਚ ਓਮਾਨ ਦੀ ਰਹਿਣ ਵਾਲੀ ਜੋਖਾ ਅਲਹਰਤੀ ਨੂੰ ਮਿਲਿਆ ਉਹਨਾਂ ਦੀ ਕਿਤਾਬ ਸੈਲੈਸਟੀਅਲ ਬੋਡੀਜ਼ ਵਾਸਤੇ, ਸੈਲੈਸਟੀਅਲ ਬੋਡੀਜ਼ ਵਾਸਤੇ ਇਹ ਮਿਲਿਆ ਸੀ, ਇਹ याद रखना है। 2020 ਦੇ ਵਿੱਚ ਨੀਦਰਲੈਂਡ ਤੋਂ ਮੈਰੀਕੇ ਲੈਕਸ ਰੀਜ਼ਨਵੈਲਡ ਨੂੰ ਮਿਲਿਆ, ਕਿਤਾਬ ਸੀਗੀ ਦ ਡਿਸਕੰਫਰਟ ਆਫ ਇਵਨਿੰਗ। ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਬੁੱਕਸ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਮਿਲਦੀਆਂ ਨੇ ਕਿ ਇਹ ਬੁੱਕ ਕਿਹਨੇ ਲਿਖੀ ਹੈ, ਇਹ ਬੁੱਕ ਕਿਹਨੇ ਲਿਖੀ ਹੈ। ਜਾਂ 2019 ਦਾ ਅੰਤਰਰਾਸ਼ਟਰੀ ਬੁੱਕਰ ਪ੍ਰਾਈਜ਼ ਕਿਹਨੂੰ ਮਿਲਿਆ ਸੀਗਾ, ਜੋਖਾ ਅਲਹਰਤੀ ਨੂੰ। 2020 ਦਾ ਨੀਦਰਲੈਂਡ ਦੀ ਮੈਰੀਕੇ ਲੈਕਸ ਰੀਜ਼ਨਵੈਲਡ ਨੂੰ। ਤੇ 2021 ਦੇ ਵਿੱਚ ਮਿਲਿਆ ਫਰਾਂਸ ਤੋਂ ਡੇਵਿਡ ਡਿਊਕ, याद रखना है, फ्रांस के देश का नाम भी याद रखना है। ते किताब केड़ी आ, एट नाइट ऑल ब्लड इज ब्लैक, एट नाइट ऑल ब्लड इज ब्लैक। ते इस किताब नूं इंग्लिश दे विच किने लिखिया, तां वो अमेरिका दी हैगी आ अन्ना मोजो वाकिस, ठीक है। हालांकि ਇਹਦਾ ਨਾਂ याद रखियो ਹੁਣ मैं, क्योंकि ਤੁਹਾਨੂੰ 2022 ਬਾਰੇ ਦੱਸਣਾ है। 2022 ਤੋਂ क्वेश्चन ਜ਼ਿਆਦਾ ਆਉਣ ਦੇ ਚਾਂਸ ਹੈ। 2021 ਤੋਂ ਬਸ ਤੁਸੀਂ ਇੰਨਾ याद रखियो कि 2021 ਦੇ ਵਿੱਚ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਕਿਹਨੂੰ ਮਿਲਿਆ, ਫਰਾਂਸ ਦੇ ਡੇਵਿਡ ਡਿਊਕ ਨੂੰ। बुक ਕਿਹੜੀ ਸੀਗੀ, एट नाइट ऑल ब्लड इज ब्लैक। ਹੁਣ ਆਪਾਂ ਗੱਲ ਕਰਦੇ ਹਾਂ 2022 ਦੀ ਮੋਸਟ ਇੰਪੋਰਟੈਂਟ ਸਲਾਈਡ ਇਹ ਹੈਗੀ ਆ, ਸਕਰੀਨਸ਼ਾਟ ਲੈ ਲਓ ਇਹਦਾ ਜਾਂ ਨੋਟ ਬਣਾ ਲਿਓ। 2022 ਦੇ ਵਿੱਚ ਪਹਿਲੀ ਵਾਰ ਕਿਸੇ ਇੰਡੀਅਨ ਨੂੰ ਮਿਲਿਆ, ਨਾਂ ਹੈਗਾ ਗੀਤਾਂਜਲੀ ਸ਼ਰੀ। ਇਹ ਹੈਗੀ ਗੀਤਾਂਜਲੀ ਸ਼ਰੀ ਤੇ ਇਹ ਇਹਨਾਂ ਦੀ ਬੁੱਕ ਸੀਗੀ ਹਿੰਦੀ ਦੇ ਵਿੱਚ ਲਿਖੀ ਹੋਈ ਰੇਤ ਸਮਾਧੀ, ਠੀਕ ਹੈ ਨਾ, ਟੋਮ ਆਫ ਸੈਂਡ। ਇਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਿਆ ਕਿਹਨੇ ਕਰਿਆ, डेजी रोकवेल ने, अमेरिका दी डेजी रोकवेल ने। हुण तुहानूं दो बंदे दे नाम याद रखने पैणे आ, क्योंकि इंटरनेशनल बुकर प्राइज जिहड़ा ये हैगा ना, अंतरराष्ट्रीय बुकर प्राइज, ये कादे वास्ते मिलदा है, ये जिहड़ी ओरिजिनल बुक है वो तां किसी होर लैंग्वेज दे विच होਊਗੀ, हिंदी पंजाबी उर्दू किसी भी भाषा दे विच हो सकदी है, तमिल बंगाली किसी भी भाषा दे विच कोई व्यक्ति आऊगा उस बुक नूं पढ़ के उस नूं इंग्लिश दे विच ट्रांसलेट करूगा, फिर ये अवार्ड मिलदा है जिहड़ी वधिया बुक हुंदी है ओनू, ठीक है। तो ये डेजी रोकवेल ने
ਇਸ ਰੇਤ ਦੀ ਸਮਾਧੀ ਬੁੱਕ ਜਿਹੜੀ ਕਿ ਗੀਤਾਂਜਲੀ ਸ਼੍ਰੀ ਨੇ ਲਿਖੀ ਸੀ, ਇਸ ਨੂੰ ਪੜ੍ਹ ਕੇ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਿਆ, ਬੁੱਕ ਦਾ ਨਾਮ ਹੋ ਗਿਆ ਟੋਂਬ ਆਫ ਸੈਂਡ। ਠੀਕ ਹੈ, ਫਿਰ ਇਹ ਅਵਾਰਡ ਇਹਨਾਂ ਨੂੰ ਮਿਲਿਆ। ਠੀਕ ਹੈ, ਯਾਦ ਰੱਖਣਾ 2022 ਦੇ ਵਿੱਚ ਪਹਿਲੀ ਇੰਡੀਅਨ ਹੈ ਗੀਤਾਂਜਲੀ ਸ਼੍ਰੀ ਜਿਨ੍ਹਾਂ ਨੂੰ ਇਹ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਮਿਲਿਆ। ਇਸ ਤੋਂ ਇਲਾਵਾ ਹਿੰਦੀ ਦੀ ਵੀ ਪਹਿਲੀ ਲੇਖਿਕਾ ਕੌਣ ਹੈ ਜਿਹਨੂੰ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਮਿਲਿਆ, ਤਾਂ ਉਹ ਹੈਗੀ ਹੈ ਗੀਤਾਂਜਲੀ ਸ਼੍ਰੀ। ਇਹਨਾਂ ਬਾਰੇ ਹੋਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਪੜ੍ਹ ਸਕਦੇ ਹੋ, ਅਦਰਵਾਈਜ਼ ਇਹਨਾਂ ਦਾ ਮੋਸਟ ਇੰਪੋਰਟੈਂਟ ਹੈਗਾ, ਤੁਹਾਨੂੰ ਯਾਦ ਰੱਖਣਾ ਹੀ ਪੈਣਾ ਹੈ। ਠੀਕ ਹੈ, ਇਹ ਅੰਤਰਰਾਸ਼ਟਰੀ ਬੁੱਕਰ ਪ੍ਰਾਈਜ਼ ਹੋ ਗਿਆ। ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਬਾਕੀ ਜਿਹੜੇ ਮੈਡਲ ਜਿਹੜੇ ਵੀ ਅਵਾਰਡ ਰਹਿ ਗਏ ਇੰਟਰਨੈਸ਼ਨਲ ਲੈਵਲ ਦੇ, ਜਿਵੇਂ ਫੀਲਡ ਹੋ ਗਿਆ, ਐਬਲ ਹੋ ਗਿਆ, ਐਬਲ ਪ੍ਰਾਈਜ਼, ਯੂਨੈਸਕੋ ਕਲਿੰਗ ਪ੍ਰਾਈਜ਼, ਪੁਲਿਟਜ਼ਰ ਹਨਾ, ਇੰਟਰਨੈਸ਼ਨਲ ਗਾਂਧੀ ਪੀਸ ਪ੍ਰਾਈਜ਼, ਪ੍ਰਿਟਜ਼ਗਰ ਪ੍ਰਾਈਜ਼, ਮਿਸ ਵਰਲਡ, ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ, ਆਸਕਰ ਅਵਾਰਡ, ਗ੍ਰੈਮੀ, ਬਾਫਟਾ, ਇਸ ਤੋਂ ਇਲਾਵਾ ਕੁਝ ਹੋਰ ਵੀ ਹੈਗੇ ਆ 2-4, ਉਹ ਸਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਕੱਠੇ ਹੀ ਕਵਰ ਕਰ ਲਾਂਗੇ। ਮਤਲਬ 3 ਪਾਰਟ ਦੇ ਵਿੱਚ ਤੁਹਾਡੀ ਇੰਟਰਨੈਸ਼ਨਲ ਅਵਾਰਡ ਦੀ ਵੀਡੀਓ ਹੋ ਜਾਏਗੀ। ਪਹਿਲੇ ਪਾਰਟ 'ਚ ਆਪਾਂ ਨੇ ਨੋਬਲ ਬਾਰੇ ਪੜਿਆ, ਅੱਜ ਆਪਾਂ ਨੇ ਪੜਿਆ ਰਾਮੋਨ ਮੈਗਸੇਸੇ ਤੇ ਬੁੱਕਰ ਪ੍ਰਾਈਜ਼ ਹਨਾ, ਮੈਨ ਬੁੱਕਰ ਪ੍ਰਾਈਜ਼, ਇਹ ਆਪਾਂ ਨੇ ਪੜ੍ਹ ਲਿਆ। ਤੀਜੀ ਵੀਡੀਓ ਦੇ ਵਿੱਚ ਇਹ ਸਾਰੇ ਕਵਰ ਹੋ ਜਾਣਗੇ ਬਾਈ। ਬਾਕੀ ਫਿਰ ਵੀ ਤੁਹਾਨੂੰ ਕੋਈ ਕੁਐਰੀ ਕੋਈ ਡਾਊਟ ਹੈਗਾ ਤਾਂ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਉੱਤੇ, ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ। ਠੀਕ ਹੈ, ਐਪ ਸਾਡੀ ਹੈਗੀ ਹੈ ਪ੍ਰਤਾਪ ਅਕੈਡਮੀ ਐਗਜ਼ਾਮ ਕੀ, ਉਹ ਤੁਸੀਂ ਡਾਊਨਲੋਡ ਕਰ ਲਿਓ। ਠੀਕ ਹੈ ਜੀ, ਥੈਂਕ ਯੂ।